प्यारे विद्यार्थी दोस्तों, मैं डॉक्टर जसविंदर सिंह, असिस्टेंट प्रोफैसर पंजाबी विभाग खालसा कॉलेज पटियाला ਅੱਜ ਤੁਹਾਡੇ ਨਾਲ ਨਾਂਵ ਵਾਕੰਸ਼ ਦੇ ਤੱਤਾਂ ਬਾਰੇ ਗੱਲ ਕਰਾਂਗਾ। ਇਸ ਤੋਂ ਪਹਿਲਾਂ ਮੈਂ ਨਾਂਵ ਵਾਕੰਸ਼ ਦੀ ਬਣਤਰ ਦੀਆਂ ਪਹਿਚਾਣ ਵਿਧੀਆਂ ਬਾਰੇ ਗੱਲ ਕੀਤੀ ਸੀ ਤੇ ਅੱਜ ਮੈਂ ਨਾਂਵ ਵਾਕੰਸ਼ ਦੀ ਬਣਤਰ ਦੇ ਜਿਹੜੇ ਅੰਦਰੂਨੀ ਬਣਤਰ ਦੇ ਤੱਤ ਨੇ ਉਹਨਾਂ ਬਾਰੇ ਗੱਲ ਕਰਾਂਗਾ, ਕਿਉਂਕਿ ਨਾਂਵ ਵਾਕੰਸ਼ ਦੀ ਅੰਦਰੂਨੀ ਬਣਤਰ ਦਾ ਜਦੋਂ ਅਧਿਐਨ ਕਰਦੇ ਹਾਂ ਅਸੀਂ ਉਸ ਨੂੰ ਦੋ ਭਾਗਾਂ ਦੇ ਵਿੱਚ ਵੰਡਦੇ ਹਾਂ, ਇੱਕ ਨਾਂਵ ਵਾਕੰਸ਼ ਦੇ ਤੱਤ ਤੇ ਇੱਕ ਉਹਨਾਂ ਤੱਤਾਂ ਦੀ ਤਰਤੀਬ। ਅੱਜ ਸਿਰਫ ਤੱਤਾਂ ਬਾਰੇ ਗੱਲ ਕਰਾਂਗੇ। ਜਿਹੜੇ ਨਾਂਵ ਵਾਕੰਸ਼ ਦੇ ਤੱਤ ਨੇ ਇਹਨਾਂ ਨੂੰ ਗਿਣਤੀ ਦੇ ਆਧਾਰ ਦੇ ਉੱਤੇ ਇੱਕ ਸ਼ਬਦੀ ਨਾਂਵ ਵਾਕੰਸ਼ ਤੇ ਬਹੁ ਸ਼ਬਦੀ ਨਾਂਵ ਵਾਕੰਸ਼ ਕਿਹਾ ਜਾਂਦਾ ਹੈ। ਇੱਕ ਸ਼ਬਦੀ ਨਾਂਵ ਵਾਕੰਸ਼ ਜਿਹੜਾ ਹੁੰਦਾ ਹੈ ਉਹਦਾ ਪ੍ਰਮੁੱਖ ਤੱਤ ਜਿਹੜਾ ਹੁੰਦਾ ਹੈ ਉਹ ਜਾਂ ਤਾਂ ਨਾਂਵ ਹੁੰਦਾ ਹੈ ਤੇ ਜਾਂ ਜਿਹੜਾ ਹੈਗਾ ਨਾਂਵ ਦੀ ਥਾਂ ਦੇ ਉੱਤੇ ਆਇਆ ਹੋਇਆ ਪੜਨਾਂਵ ਹੁੰਦਾ ਹੈ। ਪਰੰਤੂ ਜਿਹੜਾ ਬਹੁ ਸ਼ਬਦੀ ਨਾਂਵ ਵਾਕੰਸ਼ ਹੈ ਉਹਦੇ ਵਿੱਚ ਜਿਹੜਾ ਮੁੱਖ ਸ਼ਬਦ ਹੈ ਉਹ ਤਾਂ ਨਾਂਵ ਹੀ ਹੁੰਦਾ ਹੈ, ਪਰੰਤੂ ਉਸ ਨਾਂਵ ਦੀ ਵਿਸ਼ੇਸ਼ਤਾ ਦੱਸਣ ਦੇ ਲਈ ਉਸ ਦੇ ਨਾਲ ਵਿਸ਼ੇਸ਼ਕ ਵੀ ਲੱਗ ਸਕਦੇ ਨੇ। ਸੰਬੰਧਕ, ਦਬਾਅਬੋਧਕ ਅੰਸ਼, ਨਾਂਵਵਾਚਕ ਅੰਸ਼, ਆਦਰਬੋਧਕ ਅੰਸ਼ ਆਦਿ ਉਹਨਾਂ ਦੀ ਮਿਲ ਕੇ ਉਹਦੀ ਨਾਂਵ ਵਾਕੰਸ਼ ਦੀ ਜਿਹੜੀ ਲੰਬਾਈ ਹੈ ਉਹਨੂੰ ਅਸੀਮਤ ਹੱਦ ਵਿੱਚ ਲੈ ਜਾਂਦੇ ਨੇ। ਇਸ ਦੀ ਅਸੀਮਤ ਹੱਦ ਵਿਸ਼ੇਸ਼ ਕਰਕੇ ਅਸੀਂ ਲਿਖਤੀ ਰੂਪ ਦੇ ਵਿੱਚ ਜਿਹੜੀ ਹੈਗੀ ਹੈ ਲੈ ਜਾਂਦੇ ਹਾਂ। ਇਹਦੀਆਂ ਉਦਾਹਰਨਾਂ ਜੇ ਅਸੀਂ ਦਈਏ ਤਾਂ ਜਿਸ ਤਰੀਕੇ ਦੇ ਨਾਲ ਉਦਾਹਰਨ ਦਿੱਤੀ ਹੋਈ ਹੈ ਕਿ ਵਾਕ ਹੈਗਾ ਬੱਚੇ ਖੇਡ ਰਹੇ ਹਨ, ਉਸ ਤੋਂ ਅੱਗੇ ਹੈਗਾ ਸਾਡੇ ਗੁਆਂਢੀਆਂ ਦੇ ਬੱਚੇ ਖੇਡ ਰਹੇ ਹਨ, ਸਾਡੇ ਸਕੂਲ ਦੀ 8ਵੀਂ ਕਲਾਸ ਦੇ ਬੱਚੇ ਲਾਇਬ੍ਰੇਰੀ ਵਿੱਚ ਪੜ੍ਹ ਰਹੇ ਹਨ, ਰਾਮ ਦੀ ਭੈਣ ਦੀ ਸਹੇਲੀ ਦੇ ਚਾਚੇ ਦੇ ਮੁੰਡਿਆਂ ਦਾ ਬੰਬਈ ਦੇ, ਮਤਲਬ ਇਸ ਤੋਂ ਅੱਗੇ ਹੋਰ ਵੀ ਲੈ ਕੇ ਜਾ ਸਕਦੇ ਹਾਂ। ਤਾਂ ਇਸ ਤਰੀਕੇ ਦੇ ਨਾਲ ਜਿਹੜੇ ਵਾਕਾਂ ਦੇ ਵਿੱਚ ਨਾਂਵ ਵਾਕੰਸ਼ ਆਉਂਦੇ ਨੇ ਉਹ ਇੱਕ ਸ਼ਬਦੀ, ਜਿਵੇਂ ਬੱਚੇ ਪਹਿਲੇ ਵਾਕ ਦੇ ਵਿੱਚ ਹੈਗਾ ਇੱਕ ਸ਼ਬਦੀ ਹੈ ਤੇ ਉਦੋਂ ਅਗਲਿਆਂ ਦੇ ਵਿੱਚ ਬਹੁ ਸ਼ਬਦੀ ਹੈ, ਪਰੰਤੂ ਚੌਥੇ ਦੇ ਵਿੱਚ ਤਾਂ ਜਿਹੜਾ ਹੈਗਾ ਹੋਰ ਵੀ ਜੇ ਅਸੀਂ ਦੇਖੀਏ ਕਿ ਬਹੁਤ ਵੱਡੀ ਜਿਹੜੀ ਉਸ ਦੇ ਤੱਤਾਂ ਦੀ ਜਿਹੜੀ ਲਾਈਨ ਹੈ ਉਹ ਹੋ ਜਾਂਦੀ ਹੈ। ਤੇ ਜਦੋਂ ਅਸੀਂ ਇਹਨਾਂ ਤੱਤਾਂ ਨੂੰ ਵੇਖਦੇ ਹਾਂ ਤਾਂ ਇਹਨਾਂ ਤੱਤਾਂ ਨੂੰ ਕਿ ਇਸ ਤਰੀਕੇ ਨਾਲ ਆਉਂਦੇ ਨੇ, ਇਹਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਦੇ ਹਾਂ, ਇੱਕ ਜ਼ਰੂਰੀ ਤੱਤ ਤੇ ਦੂਸਰੇ ਜਿਹੜੇ ਹੈਗੇ ਨੇ ਗੈਰ ਜ਼ਰੂਰੀ ਤੱਤ। ਜਿਸ ਤਰੀਕੇ ਦੇ ਨਾਲ ਅਸੀਂ ਪਹਿਲਾਂ ਵੀ ਕਰਕੇ ਹਟੇ ਸੀ ਕਿ ਜ਼ਰੂਰੀ ਤੱਤ ਜਿਹੜੇ ਹੈਗੇ ਨੇ ਉਹ ਹੁੰਦੇ ਨੇ ਜਿਹੜੇ ਨਾਂਵ ਵਾਕੰਸ਼ ਦੇ ਵਿੱਚ ਉਸ ਦੇ ਵਿੱਚ ਜਿਹੜਾ ਨਾਂਵ ਆਇਆ ਹੁੰਦਾ ਜਾਂ ਪੜਨਾਂਵ ਸ਼੍ਰੇਣੀ ਦੇ ਮੈਂਬਰ ਹੁੰਦੇ ਨੇ, ਸ਼ਬਦ ਹੁੰਦੇ ਨੇ, ਤੱਤ ਹੁੰਦੇ ਨੇ, ਉਹ ਜ਼ਰੂਰੀ ਤੱਤ ਉਹਨਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਅਸੀਂ ਮੁੱਖ ਸ਼ਬਦ ਵੀ ਕਹਿੰਦੇ ਹੈਗੇ। ਉਸ ਦੇ ਤੌਰ ਦੇ ਉੱਤੋਂ ਵੀ ਅਸੀਂ ਉਸ ਨੂੰ ਪਹਿਚਾਣਦੇ ਹਾਂ, ਕਿਉਂਕਿ ਜਿਹੜਾ ਇਹ ਦੋਵਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਹੈਗਾ ਨਾਂਵ ਵਾਕੰਸ਼ ਜ਼ਰੂਰ ਮੌਜੂਦ ਹੁੰਦਾ ਹੈ, ਜਿਹੜੇ ਇਹ ਜ਼ਰੂਰੀ ਤੱਤ ਹੁੰਦੇ ਨੇ। ਇਸ ਕਰਕੇ ਨਾਂਵ ਵਾਕੰਸ਼ ਜਿਹੜਾ ਹੈਗਾ ਇਹਨਾਂ ਜ਼ਰੂਰੀ ਤੱਤਾਂ ਤੋਂ ਬਿਨਾਂ ਪੂਰਾ ਨਹੀਂ ਹੁੰਦਾ ਜਾਂ ਉਸ ਦੀ ਹੋਂਦ ਜਿਹੜੀ ਹੈਗੀ ਹੈ ਉਹ ਨਹੀਂ ਮੰਨੀ ਜਾਂਦੀ। ਗੈਰ ਜ਼ਰੂਰੀ ਤੱਤ ਜਿਹੜੇ ਹੈਗੇ ਨੇ ਉਹ ਜਿਹੜੇ ਨਾਂਵ ਵਾਕੰਸ਼ ਨੇ ਉਹਨਾਂ ਤੋਂ ਇਲਾਵਾ ਜਿਹੜੇ ਅਸੀਂ ਪਿੱਛੇ ਕਰਕੇ ਹਟੇ ਹੈਗੇ ਕਿ ਵਿਸ਼ੇਸ਼ਕ ਨੇ, ਸੰਬੰਧਕ ਨੇ, ਦਬਾਅਬੋਧਕ ਅੰਸ਼ ਨੇ, ਨਾਂਵਬੋਧਕ ਅੰਸ਼ ਨੇ, ਆਦਰਬੋਧਕ ਅੰਸ਼ ਨੇ, ਉਹ ਸਾਰੇ ਜਿਹੜੇ ਹੈਗੇ ਨੇ ਉਹ ਗੈਰ ਜ਼ਰੂਰੀ ਤੱਤ ਹੁੰਦੇ ਨੇ। ਇਹਨਾਂ ਨੂੰ ਅਸੀਂ ਵਾਕ ਦੇ ਵਿੱਚ ਲੈ ਕੇ ਆਉਣਾ ਜ਼ਰੂਰੀ ਨਹੀਂ, ਪਰੰਤੂ ਜਦੋਂ ਅਸੀਂ ਕਿਸੇ ਨਾਂਵ ਦੀ ਜਾਂ ਮੁੱਖ ਸ਼ਬਦ ਦੀ ਵਿਸ਼ੇਸ਼ਤਾ ਦੱਸਣੀ ਹੁੰਦੀ ਹੈ ਤਾਂ ਇਹਨਾਂ ਸ਼ਬਦਾਂ ਨੂੰ ਅਸੀਂ ਲੈ ਆਉਂਦੇ ਹਾਂ, ਇਹ ਤੱਤਾਂ ਨੂੰ ਅਸੀਂ ਲੈ ਆਉਂਦੇ ਹਾਂ। ਇਹ ਗੈਰ ਜ਼ਰੂਰੀ ਤੱਤ ਨੇ, ਇਹਨਾਂ ਨੂੰ ਲੈ ਆਉਂਦੇ ਹਾਂ ਤਾਂ ਇਸ ਦੇ ਨਾਲ ਵਿਸ਼ੇਸ਼ਤਾ ਜਿਹੜੀ ਹੈਗੀ ਆ ਉਹ ਦੱਸੀ ਜਾਂਦੀ ਹੈ, ਤਾਂ ਉਸ ਦੀ ਵਿਸ਼ੇਸ਼ਤਾ ਕਲੀਅਰ ਹੋ ਜਾਂਦੀ ਹੈ। ਤਾਂ ਇਹਨਾਂ ਤੱਤਾਂ ਦਾ ਵੇਰਵਾ ਕਿਸ ਤਰੀਕੇ ਦੇ ਨਾਲ ਹੈ, ਜਿਵੇਂ ਪਹਿਲਾ ਜਿਹੜਾ ਹੈਗਾ ਜ਼ਰੂਰੀ ਤੱਤਾਂ ਦੇ ਵਿੱਚ ਨਾਂਵ ਆਉਂਦਾ ਜਾਂ ਪੜਨਾਂਵ ਆਉਂਦਾ, ਤਾਂ ਨਾਂਵ ਨੂੰ ਅਸੀਂ ਉਹਦੇ ਵਿੱਚੋਂ ਰੱਖਦੇ ਹਾਂ ਕਿ ਨਾਂਵ ਵਾਕੰਸ਼ ਦੇ ਵਿੱਚ ਜਿਹੜਾ ਮੁੱਖ ਸ਼ਬਦ ਦੇ ਵਜੋਂ ਕਾਰਜ ਨਿਭਾਉਂਦਾ ਹੈ ਜਾਂ ਆਉਣ ਵਾਲਾ ਤੱਤ ਹੁੰਦਾ ਉਹਨੂੰ ਅਸੀਂ ਨਾਂਵ ਕਹਿੰਦੇ ਹੈਗੇ। ਇਹਨਾਂ ਨੂੰ ਅਸੀਂ ਰੂਪ ਦੇ ਆਧਾਰ ਦੇ ਉੱਤੇ ਦੋ ਹਿੱਸਿਆਂ ਦੇ ਵਿੱਚ, ਭਾਗਾਂ ਦੇ ਵਿੱਚ ਵੰਡਦੇ ਹਾਂ, ਇੱਕ ਰੂਪਾਂਤਰ ਰਹਿਤ, ਇੱਕ ਰੂਪਾਂਤਰ ਸਹਿਤ। ਰੂਪਾਂਤਰ ਦਾ ਮਤਲਬ ਰੂਪ ਦੇ ਵਿੱਚ ਅੰਤਰ ਆਉਣਾ, ਇੱਕ ਦਾ ਮਤਲਬ ਹੈ ਰੂਪ ਦੇ ਵਿੱਚ ਅੰਤਰ ਨਾ ਆਉਣਾ। ਜਿਸ ਤਰੀਕੇ ਦੇ ਨਾਲ ਅਸੀਂ ਪਿੱਛੇ ਫਸਟ ਈਅਰ ਦੇ ਵਿੱਚ ਵਕਾਰੀ ਅਵਕਾਰੀ ਸ਼ਬਦਾਂ ਦੀ ਗੱਲ ਵੀ ਜਿਹੜੀ ਹੈਗੀ ਕੀਤੀ ਸੀ ਕਿ ਕਿਸ ਪੱਧਰ ਦੇ ਉੱਤੇ ਰੂਪ ਆਪਣਾ ਚੇਂਜ ਕਰਦੇ ਨੇ।
ਤਾਂ ਉਹ ਵਿਆਕਰਨਕ ਸ਼੍ਰੇਣੀਆਂ ਜਿਨ੍ਹਾਂ ਦੇ ਵਿੱਚ ਬਚਨ ਤੇ ਕਾਰਕ ਆਉਂਦੇ ਨੇ, ਜਿਨ੍ਹਾਂ ਦਾ ਬਚਨ ਤੇ ਕਾਰਕ ਦੇ ਅਨੁਸਾਰ ਨਾਵਾਂ ਦਾ ਰੂਪ ਨਹੀਂ ਬਦਲਦਾ ਉਹਨਾਂ ਨੂੰ ਰੂਪਾਂਤਰ ਰਹਿਤ ਕਹਿੰਦੇ ਆ, ਤੇ ਜਿਨ੍ਹਾਂ ਦਾ ਰੂਪ ਜਿਹੜਾ ਹੈਗਾ ਬਦਲ ਜਾਂਦਾ ਹੈ ਉਹਨਾਂ ਨੂੰ ਅਸੀਂ ਰੂਪਾਂਤਰ ਸਹਿਤ ਕਹਿੰਦੇ ਆ। ਤਾਂ ਇਸ ਤਰੀਕੇ ਦੇ ਨਾਲ ਇਹਨਾਂ ਦੋਹਾਂ ਦੇ ਵਿੱਚ ਹੀ ਇਕਹਿਰੇ ਨਾਂਵ ਵੀ ਆ ਜਾਂਦੇ ਨੇ ਤੇ ਦੂਰੇ ਨਾਵਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈਗੀ। ਜਿਸ ਤਰੀਕੇ ਦੇ ਨਾਲ ਜਿਵੇਂ ਅਸੀਂ ਰੂਪਾਂਤਰ ਰਹਿਤ ਦੀ ਇਕਹਿਰਿਆਂ ਦੀ ਉਦਾਹਰਨ ਲਈਏ ਕਿ ਇਹਨਾਂ ਦੇ ਵਿੱਚ ਰੂਪਾਂਤਰ ਨਹੀਂ ਆਉਂਦਾ, ਜਿਵੇਂ ਮੋਤੀ, ਰੌਕੀ, ਰਾਮ, ਇਹ ਜਿਹੜੇ ਹੈਗੇ ਨੇ ਨਿੱਜੀ ਨਾਂਵ ਜਿਹੜੇ ਹੈਗੇ ਨੇ ਉਹ ਹੁੰਦੇ ਨੇ। ਇਹਨਾਂ ਦੇ ਵਿੱਚ ਦੂਰੇ ਨਾਂਵ ਕਮਲਾ ਦੇਵੀ, ਜਗਦੀਸ਼ ਸਿੰਘ, ਇਹੋ ਜਿਹੇ ਜਿਹੜੇ ਹੈਗੇ ਨੇ ਆ ਜਾਂਦੇ ਨੇ। ਜਿਨ੍ਹਾਂ ਦੇ ਵਿੱਚ ਤਬਦੀਲੀ ਆਉਂਦੀ ਹੈ, ਰੂਪਾਂਤਰ ਆਉਂਦੀ ਹੈ, ਉਹਨਾਂ ਨੂੰ ਰੂਪਾਂਤਰ ਸਹਿਤ ਕਹਿੰਦੇ ਆ। ਰੂਪ ਦੇ ਵਿਚਲਾ ਅੰਤਰ ਤਾਂ ਉਹਦੇ ਵਿੱਚ ਇਕਹਿਰੇ ਜਿਵੇਂ ਕਣਕ, ਸਾਹਸ, ਉਸੇ ਤਰੀਕੇ ਦੇ ਨਾਲ ਇਹਦੇ ਵਿੱਚ ਜੇ ਅਸੀਂ ਬਚਨ ਦੇ ਤੌਰ ਦੇ ਉੱਤੋਂ ਜਿਹੜਾ ਹੈਗਾ ਅੰਤਰ ਲੈ ਕੇ ਆਉਣਾ ਹੋਵੇ, ਕਣਕ ਤੋਂ ਕਣਕਾਂ, ਸਾਹਸ ਤੋਂ ਸਾਹਸੀ, ਇਸ ਤਰੀਕੇ ਦੇ ਨਾਲ ਬਣਾ ਲੈਂਦੇ ਆ। ਇਸੇ ਤਰੀਕੇ ਨਾਲ ਦੂਰੇ ਨਾਂਵ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਪਿੰਡ, ਪਾਣੀ, ਇਹ ਆ ਜਾਂਦੇ ਨੇ। ਉਸ ਤੋਂ ਅਗਲਾ ਜਿਹੜਾ ਇਹਦਾ ਜ਼ਰੂਰੀ ਤੱਤਾਂ ਦੇ ਵਿੱਚ ਆਉਂਦਾ ਉਹ ਹੈਗਾ ਪੜਨਾਂਵ, ਕਿਉਂਕਿ ਜਿਹੜਾ ਸ਼ਬਦ ਇਹ ਉਹ ਸ਼ਬਦ ਹੁੰਦਾ ਜਿਹੜਾ ਕਿਸੇ ਨਾਂਵ ਦੀ ਥਾਂ ਦੇ ਉੱਤੇ ਵਰਤਦੇ ਹਾਂ ਅਸੀਂ, ਉਹਨੂੰ ਅਸੀਂ ਪੜਨਾਂਵ ਕਹਿੰਦੇ ਹਾਂ। ਤੇ ਉਸ ਦਾ ਕੰਮ ਵੀ ਉਸ ਨਾਂਵ ਵਰਗਾ ਹੀ ਹੈ ਜਿਸ ਨਾਂਵ ਦੀ ਥਾਂ ਦੇ ਉੱਤੇ ਅਸੀਂ ਉਸ ਨੂੰ ਲੈ ਕੇ ਆਉਂਦੇ ਹਾਂ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਪੜਨਾਂਵ ਹੈ ਉਹ ਵੀ ਨਾਂਵ ਵਾਕੰਸ਼ ਦਾ ਜ਼ਰੂਰੀ ਤੱਤ ਜਿਹੜਾ ਹੈਗਾ ਮੰਨਿਆ ਜਾਂਦਾ ਹੈ। ਉਸ ਨੂੰ ਅਸੀਂ ਨਾਂਵ ਵਾਕੰਸ਼ ਵਿੱਚ ਨਾਂਵ ਦੀ ਜਗ੍ਹਾ ਦੇ ਉੱਤੇ ਵਰਤ ਲੈਂਦੇ ਹਾਂ ਤੇ ਉਹਦਾ ਕੰਮ ਵੀ ਜਿਹੜਾ ਹੈਗਾ ਮੁੱਖ ਸ਼ਬਦ ਵਾਲਾ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਅਗਲਾ ਜਿਹੜਾ ਤੱਤ ਇਸ ਦਾ ਹੈਗਾ ਉਹ ਆਉਂਦੇ ਨੇ ਵਿਸ਼ੇਸ਼ਕ। ਵਿਸ਼ੇਸ਼ਕ ਦੇ ਨਾਂ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਇਹਦਾ ਮਤਲਬ ਹੈਗਾ ਕਿ ਵਿਸ਼ੇਸ਼ਤਾ ਦੱਸਣ ਵਾਲੇ। ਤਾਂ ਇੱਥੇ ਕਿਸ ਦੀ ਵਿਸ਼ੇਸ਼ਤਾ ਦੱਸਣ ਵਾਲੇ? ਮੁੱਖ ਨਾਂਵ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਅਸੀਂ ਵਿਸ਼ੇਸ਼ਕ ਕਹਿੰਦੇ ਹਾਂ। ਤਾਂ ਇਹ ਵਿਸ਼ੇਸ਼ਕ ਜਿਹੜੇ ਹੈਗੇ ਨੇ ਗੈਰ ਜ਼ਰੂਰੀ ਤੱਤਾਂ ਦੇ ਵਿੱਚ ਆਉਂਦੇ ਨੇ ਤੇ ਇਹ ਵਿਸ਼ੇਸ਼ਕ ਗੈਰ ਜ਼ਰੂਰੀ ਤੱਤਾਂ ਦੇ ਵਿੱਚ ਮਹੱਤਵਪੂਰਨ ਤੱਤ ਜਿਹੜੇ ਹੈਗੇ ਨੇ ਮੰਨੇ ਜਾਂਦੇ ਨੇ। ਇਸ ਸ਼੍ਰੇਣੀ ਦੇ ਵਿੱਚ ਜਿਹੜਾ ਹੈਗਾ ਉਹ ਤੱਤ ਸ਼ਾਮਲ ਕੀਤੇ ਜਾਂਦੇ ਹਨ ਜੋ ਮੁੱਖ ਸ਼ਬਦ ਦੇ ਨਾਲ ਲੱਗ ਕੇ ਉਸ ਦੇ ਅਰਥਾਂ ਵਿੱਚ ਵਿਸ਼ੇਸ਼ਤਾ ਲੈ ਆਉਂਦੇ ਨੇ, ਯਾਨੀ ਉਹਦੇ ਅਰਥਾਂ ਨੂੰ ਵਿਸ਼ੇਸ਼ਤਾ ਦੇ ਤੌਰ ਦੇ ਉੱਤੇ ਦਰਸਾਉਂਦੇ ਨੇ। ਮੁੱਖ ਸ਼ਬਦ ਤੋਂ ਪਹਿਲਾਂ ਆਉਣ ਵਾਲੇ ਸਾਰੇ ਜਿਹੜੇ ਤੱਤ ਨੇਗੇ ਉਹਨਾਂ ਨੂੰ ਅਸੀਂ ਵਿਸ਼ੇਸ਼ਕ ਕਹਿੰਦੇ ਹਾਂ। ਤੇ ਇਹ ਕਈ ਵਾਰੀ ਜਿਹੜੇ ਇਹ ਵਿਸ਼ੇਸ਼ਕ ਹੁੰਦੇ ਨੇ ਮੁੱਖ ਸ਼ਬਦ ਤੋਂ ਬਾਅਦ ਵੀ ਵਰਤੇ ਜਾਂਦੇ ਨੇ ਖਾਸ ਕਿਸਮ ਦੇ ਜਿਹੜੇ ਵਾਕ ਨੇ ਉਹਨਾਂ ਦੇ ਵਿੱਚ, ਪਰੰਤੂ ਆਮ ਤੌਰ ਤੇ ਇਹ ਜਿਹੜੇ ਹੈਗੇ ਨੇ ਜਿਸ ਦੀ ਵਿਸ਼ੇਸ਼ਤਾ ਦੱਸਣੀ ਹੈਗੀ ਉਸ ਤੋਂ ਜਿਹੜਾ ਹੈਗਾ ਪਹਿਲੋਂ ਆ ਕੇ ਉਸ ਦੀ ਵਿਸ਼ੇਸ਼ਤਾ ਜਿਹੜੀ ਹੈਗੀ ਹੈ ਦੱਸਦੇ ਨੇ। ਤਾਂ ਇਸ ਤਰੀਕੇ ਦੇ ਨਾਲ ਇਹ ਤੱਤਾਂ ਦਾ ਜਿਹੜਾ ਹੈਗਾ ਇੱਕ ਸਾਰਣੀ ਬਣਾ ਕੇ ਅਸੀਂ ਉਸ ਦੀ ਦੱਸੀ ਹੋਈ ਹੈਗੀ ਇਹਦੇ ਉੱਤੇ PPT ਦੇ ਵਿੱਚ ਅਸੀਂ, ਤੇ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਵਿਸ਼ੇਸ਼ਕ ਨੇਗੇ ਉਹਨਾਂ ਨੂੰ ਨਿਸ਼ਚਿਤ ਤੇ ਅਨਿਸ਼ਚਿਤ ਦੇ ਵਿੱਚ ਵੰਡਦੇ ਆ। ਨਿਸ਼ਚਿਤਾਂ ਨੂੰ ਅੱਗੋਂ ਅਸੀਂ ਵਾਕੰਸ਼ੀ, ਗੁਣਬੋਧਕ, ਸੰਬੰਧ ਬੋਧਕ, ਸੰਕੇਤ ਬੋਧਕ, ਸਮੁੱਚਤਾ ਬੋਧਕ, ਮਿਕਦਾਰ ਬੋਧਕ ਇਹਨਾਂ ਦੇ ਵਿੱਚ ਵੰਡਦੇ ਆ। ਤੇ ਵਾਕੰਸ਼ ਜਿਹੜੀ ਹੈਗੇ ਵਿਸ਼ੇਸ਼ਕ ਨੇ ਉਹਨਾਂ ਨੂੰ ਅਸੀਂ ਤਿੰਨ ਹਿੱਸਿਆਂ ਦੇ ਵਿੱਚ ਕਿਰਿਆਵੀ ਵਾਕੰਸ਼, ਵਿਸ਼ੇਸ਼ਣੀ ਵਾਕੰਸ਼, ਅਪੋਜ਼ਿਟਿਵ ਵਾਕੰਸ਼ ਇਹਨਾਂ ਦੇ ਵਿੱਚ ਵੰਡਦੇ ਆ। ਤੇ ਇਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਨੇ ਮਿਕਦਾਰ ਦੇ ਵਿੱਚ ਅਸੀਂ ਦੋ ਹਿੱਸੇ ਕਰਦੇ ਆ, ਸੰਖਿਆ ਬੋਧਕ ਤੇ ਪਰਿਣਾਮ ਬੋਧਕ। ਸੰਖਿਆ ਬੋਧਕ ਨੂੰ ਅੱਗੋਂ ਫਿਰ ਅਸੀਂ ਪੰਜ ਹਿੱਸਿਆਂ ਦੇ ਵਿੱਚ ਵੰਡਦੇ ਆ, ਜਿਹੜਾ ਗੁਣ ਬੋਧਕ, ਅਪੂਰਨ ਸੰਖਿਆ ਬੋਧਕ, ਪੂਰਨ ਸੰਖਿਆ ਬੋਧਕ, ਕਰਮ ਬੋਧਕ, ਅੰਦਾਜ਼ਨ ਇਹਨਾਂ ਦੇ ਵਿੱਚ ਵੰਡਦੇ ਆ। ਤਾਂ ਜਿਹੜਾ ਇਹ ਖਾਕਾ ਹੈਗਾ ਇਹ ਤੋਂ ਸਪਸ਼ਟ ਸਾਨੂੰ ਹੋ ਜਾਂਦਾ ਹੈ ਕਿ ਜਿਹੜੇ ਵਿਸ਼ੇਸ਼ਕ ਨੇ ਉਹਨਾਂ ਦੇ ਵਿੱਚ ਜਿਹੜੇ ਪਰੰਪਰਾਈ ਪ੍ਰਚਲਿਤ ਵਿਸ਼ੇਸ਼ਣ ਨੇ ਉਹਨਾਂ ਦੀ ਸ਼੍ਰੇਣੀ ਤੋਂ ਇਲਾਵਾ ਵੀ ਸਾਡੇ ਕੋਲੇ ਵਾਕੰਸ਼ੀ ਵਿਸ਼ੇਸ਼ਣ ਜਿਹੜੇ ਹੈਗੇ ਨੇ ਉਹ ਵਾਕੰਸ਼ ਦੇ ਵਿੱਚ ਆ ਜਾਂਦੇ ਨੇ, ਸ਼ਾਮਲ ਹੋ ਜਾਂਦੇ ਨੇ। ਤਾਂ ਇਹ ਤਿੰਨ ਤਰ੍ਹਾਂ ਦੇ ਨੇ। ਇਹਨਾਂ ਤਿੰਨਾਂ ਦੇ ਵਿੱਚੋਂ ਅਸੀਂ ਪਹਿਲਾਂ ਜਿਵੇਂ ਕਰਦੇ ਹਾਂ ਅਪੋਜ਼ਿਟਿਵ ਨਾਂਵ ਵਾਕੰਸ਼। ਇਹ ਕੀ ਹੁੰਦਾ ਹੈ? ਆਮ ਤੌਰ ਤੇ ਤਾਂ ਅਸੀਂ ਕਹਿੰਦੇ ਹਾਂ ਕਿ ਜਿਹੜੇ ਕਿਸੇ ਵੀ ਨਾਂਵ ਦੀ ਵਿਸ਼ੇਸ਼ਤਾ ਦੱਸਣ ਵਾਲਾ ਵਿਸ਼ੇਸ਼ਣ ਹੁੰਦਾ ਹੈ ਜਾਂ ਉਹਦੇ ਆਦਰ ਬੋਧਕ, ਦਬਾਅ ਬੋਧਕ ਆਦਿ ਆਉਂਦੇ ਨੇ, ਪਰੰਤੂ ਕਈ ਥਾਵਾਂ ਦੇ ਉੱਤੇ ਨਾਂਵ ਦੀ ਜਿਹੜਾ ਮੁੱਖ ਸ਼ਬਦ ਹੈਗਾ ਨਾਂਵ ਵਾਕੰਸ਼ ਦੇ ਵਿੱਚ ਉਸ ਦੀ ਵਿਸ਼ੇਸ਼ਤਾ ਦੱਸਣ ਦੇ ਲਈ ਕੋਈ ਹੋਰ ਨਾਂਵ ਆ ਜਾਂਦਾ ਹੈ ਜਾਂ ਨਾਂਵ ਵਾਕੰਸ਼ ਜਿਹੜਾ ਹੈਗਾ ਉਹ ਨਾਂਵ ਵਾਕੰਸ਼ ਦੇ ਵਿੱਚ ਕਾਰਜ ਕਰਦਾ ਆਉਂਦਾ ਹੈ। ਤਾਂ ਉਹ ਬਣਤਰ ਦੇ ਵਿੱਚ ਨਾਂਵ ਵਾਕੰਸ਼ਾਂ ਦੇ ਵਿੱਚ ਇਹੋ ਜਿਹੀ ਬਣਤਰ ਜਿਹੜੀ ਬਣਦੀ ਹੈ ਤਾਂ ਮੁੱਖ ਸ਼ਬਦ ਤੋਂ ਇਲਾਵਾ ਜਿਹੜਾ ਨਾਂਵ ਵਾਕੰਸ਼ ਆਇਆ ਉਹਨੂੰ ਅਪੋਜ਼ਿਟਿਵ ਨਾਂਵ ਵਾਕੰਸ਼ ਜਿਹੜਾ ਹੈਗਾ ਨਾਲ ਮੰਨ ਲੈਂਦੇ ਆ। ਇਹ ਸਾਰਾ ਜਿਹੜਾ ਹੈਗਾ ਇਹਨੂੰ ਕਹਿ ਦਿੰਦੇ ਆ ਅਸੀਂ ਇਹ ਅਪੋਜ਼ਿਟਿਵ ਨਾਂਵ ਵਾਕੰਸ਼ ਹੈ। ਜਿਸ ਤਰੀਕੇ ਦੇ ਨਾਲ
ਉਸ ਆਦਮੀ ਦੀ ਕੁੜੀ ਸੀਤਾ ਹੁਸ਼ਿਆਰ ਹੈ। ਪੰਡਿਤ ਨਹਿਰੂ ਨੂੰ ਚਾਚਾ ਨਹਿਰੂ ਕਰਕੇ ਜਾਣਿਆ ਜਾਂਦਾ ਹੈ। ਮੇਰੀ ਭੈਣ ਜੀਤਾ ਆਈ ਹੋਈ ਹੈ। ਤਾਂ ਇਸ ਦੇ ਵਿੱਚ ਉਦਾਹਰਨਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਪਹਿਲੀ ਉਦਾਹਰਨ ਉਸ ਆਦਮੀ ਦੀ ਕੁੜੀ, ਦੂਸਰੇ ਦੇ ਵਿੱਚ ਪੰਡਿਤ ਨਹਿਰੂ, ਜਿਹੜੇ ਮੋਟੇ ਕਰਕੇ ਸ਼ਬਦ ਅਸੀਂ ਦਰਸਾਏ ਹੋਏ ਨੇ। ਮੇਰੀ ਭੈਣ, ਇਹ ਜਿਹੜੇ ਕਰਮਵਾਰ ਸੀਤਾ, ਨਹਿਰੂ ਤੇ ਜੀਤਾ, ਇਹ ਨਾਵਾਂ ਦੇ ਨਾਲ ਅਪੋਜ਼ਿਟਿਵ ਵਾਲੇ ਸੰਬੰਧਾਂ ਦੇ ਵਿੱਚ ਵਰਤੇ ਗਏ ਨੇ। ਉਹਨਾਂ ਦੀ ਜਿਹੜੀ ਹੈਗੀ ਆ ਗੱਲ ਕਿ ਭਾਵ ਜਿਹੜਾ ਨਾਂਵ ਵਾਕੰਸ਼ ਹੈ, ਇਹਦੇ ਵਿੱਚ ਮੁੱਖ ਸ਼ਬਦ ਦੀ ਵਿਸ਼ੇਸ਼ਤਾ ਦਾ ਕਾਰਜ ਜਿਹੜਾ ਹੈਗਾ ਉਹ ਦੂਸਰਾ ਜਿਹੜਾ ਹੈਗਾ ਨਾਂਵ ਵਾਕੰਸ਼ ਕਰਦਾ। ਜਿਵੇਂ ਸੀਤਾ ਦਾ ਕੰਮ ਜਿਹੜਾ ਹੈਗਾ ਉਸ ਆਦਮੀ ਦੀ ਕੁੜੀ ਜਿਹੜੀ ਹੈਗੀ ਆ ਉਹ ਕਰ ਰਹੀ ਹੈ। ਉਸ ਤੋਂ ਅਗਲਾ ਜਿਹੜਾ ਇਹਦੇ ਵਿੱਚ ਆਉਂਦਾ ਹੈ ਸਾਡੇ ਵਾਕੰਸ਼ੀ ਵਿਸ਼ੇਸ਼ਣਾਂ ਦੇ ਵਿੱਚ ਵਿਸ਼ੇਸ਼ਣੀ ਵਾਕੰਸ਼। ਤਾਂ ਇਹਦੇ ਵਿੱਚ ਕਈ ਵਾਰੀ ਕਹਿੰਦਾ ਨਾਂਵ ਵਾਕੰਸ਼ ਦੇ ਵਿੱਚ ਮੁੱਖ ਸ਼ਬਦ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਦਾ ਕਾਰਜ ਜਿਹੜਾ ਹੈਗਾ ਉਹਨੂੰ ਅਸੀਂ ਵਾਲਾ ਸੰਬੰਧਕ ਲਾ ਲੈਂਦੇ ਹਾਂ ਅਸੀਂ ਉਹਦੇ ਵਿੱਚ। ਤਾਂ ਉਸ ਨੂੰ ਅਸੀਂ ਵਿਸ਼ੇਸ਼ਣੀ ਵਾਕੰਸ਼ ਕਰਕੇ ਜਾਣਦੇ ਹਾਂ। ਜਿਵੇਂ ਲੀਲੀ ਪੱਗ ਵਾਲਾ ਮੁੰਡਾ ਮੇਰਾ ਭਰਾ ਹੈ। ਇਹ ਵਾਕ ਦੇ ਵਿੱਚ ਨੀਲੀ ਪੱਗ ਵਾਲਾ, ਇਹਦੇ 'ਚ ਵਾਲਾ ਜਿਹੜਾ ਹੈਗਾ ਉਹ ਵਿਸ਼ੇਸ਼ਣੀ ਵਾਕੰਸ਼ ਦੇ ਤੌਰ ਦੇ ਉੱਤੋਂ, ਇਸ ਤੋਂ ਪਹਿਲਾਂ ਜਿਹੜਾ ਵਿਸ਼ੇਸ਼ਣ ਆਇਆ ਉਹਨੂੰ ਵਿਸ਼ੇਸ਼ਣੀ ਵਾਕੰਸ਼ ਦੇ ਤੌਰ ਦੇ ਉੱਤੇ ਅਸੀਂ ਗਿਣਦੇ ਹਾਂ। ਇਸੇ ਤਰੀਕੇ ਦੇ ਨਾਲ ਕਈ ਵਾਰੀ ਵਰਗਾ, ਵਾਂਗ, ਕਾਲ ਆਦਿ ਸੰਬੰਧਕਾਂ ਵਾਲੇ ਜਿਹੜੇ ਵਿਸ਼ੇਸ਼ਣੀ ਵਾਕੰਸ਼ਾਂ ਦੀ ਵਰਤੋਂ ਵੀ ਅਸੀਂ ਨਾਂਵ ਵਾਕੰਸ਼ ਜਾਂ ਨਾਂਵ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਦੇ ਲਈ ਕਰ ਲੈਂਦੇ ਹੈਗੇ। ਇਸ ਦੀ ਉਦਾਹਰਨਾਂ ਉਸਨੇ ਚਾਂਦੀ ਵਰਗਾ ਚਿੱਟਾ ਸੂਟ ਸਵਾਇਆ ਹੈ। ਦੂਸਰਾ ਵਾਕ ਹੈ ਤੇਰੇ ਜਿਹਾ ਚਲਾਕ ਆਦਮੀ ਲੱਭ ਨਹੀਂ ਸਕਦਾ। ਤਾਂ ਇਹਦੇ ਵਿੱਚ ਜਿਹੜਾ ਹੈਗਾ ਚਾਂਦੀ ਵਰਗਾ, ਤੇਰੇ ਜਿਹਾ, ਤਾਂ ਇਹ ਜਿਹੜੇ ਹੈਗੇ ਨੇ ਵਿਸ਼ੇਸ਼ਣੀ ਵਾਕੰਸ਼ਾਂ ਦੀ ਉਦਾਹਰਨ ਹੈ। ਕਿਰਿਆ ਰੂਪੀ ਵਾਕੰਸ਼ ਜਿਹੜੇ ਹੈਗੇ ਨੇ, ਇਹਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਕਈ ਵਾਰੀ ਜਿਹੜਾ ਨਾਂਵ ਵਾਕੰਸ਼ ਦੇ ਵਿੱਚ ਨਾਂਵ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਦੇ ਲਈ ਕਿਰਿਆ ਰੂਪੀ ਵਾਕੰਸ਼ ਦੀ ਵਿਸ਼ੇਸ਼ਕ ਦੇ ਵਜੋਂ ਵਰਤੋਂ ਕਰ ਲੈਂਦੇ ਆ। ਕਿਰਿਆ ਦਾ ਸ਼ਬਦ ਜਿਹੜਾ ਹੈਗਾ ਉਹ ਨਾਂਵ ਤੋਂ ਅੱਗੇ ਲਾ ਕੇ ਉਹਦੀ ਵਿਸ਼ੇਸ਼ਤਾ ਦੱਸਦੇ ਆ। ਜਿਵੇਂ ਮੁਸਕਾਉਂਦੇ ਬੱਚੇ ਸਭ ਨੂੰ ਚੰਗੇ ਲੱਗਦੇ ਹਨ। ਮੁਸਕਾਉਂਦੇ ਜਿਹੜੇ ਹੈਗੇ ਆ ਕਿਰਿਆ ਦਾ ਜਿਹੜਾ ਹੈਗਾ ਸ਼ਬਦ ਹੈ। ਤਾਂ ਕਿਰਿਆ ਰੂਪੀ ਸ਼ਬਦ ਜਿਹੜਾ ਹੈਗਾ ਇੱਥੇ ਵਿਸ਼ੇਸ਼ਤਾ ਦੱਸ ਰਿਹਾ, ਕਿਉਂਕਿ ਕਿਰਿਆ ਆਮ ਤੌਰ ਦੇ ਉੱਤੇ ਵਾਕ ਦੇ ਅੰਤ ਦੇ ਵਿੱਚ ਆਉਂਦੀ ਹੈ, ਪਰੰਤੂ ਨਾਂਵ ਤੋਂ ਅੱਗੇ ਜਦੋਂ ਲੱਗਦੀ ਹੈ ਤਾਂ ਉਸ ਦੀ ਵਿਸ਼ੇਸ਼ਤਾ ਦੱਸਣ ਦਾ ਕਾਰਜ ਜਿਹੜਾ ਹੈਗਾ ਕਰਦੀ ਹੈ। ਭੱਜਿਆ ਜਾਂਦਾ ਚੋਰ ਪਕੜਿਆ ਗਿਆ। ਚੋਰ ਦੀ ਵਿਸ਼ੇਸ਼ਤਾ ਕੀ ਹੈ? ਭੱਜਿਆ ਜਾਂਦਾ, ਪਰੰਤੂ ਭੱਜਿਆ ਜਾਂਦਾ ਕਿਰਿਆ ਦਾ ਵਾਕ ਹੈ। ਇੱਥੇ ਕਿਰਿਆ ਰੂਪੀ ਵਾਕੰਸ਼ ਜਿਹੜਾ ਹੈਗਾ ਬਣਦਾ ਹੈ। ਡੁੱਬਦਾ ਸੂਰਜ ਨਾ ਵੇਖਿਆ ਕਰ। ਤਾਂ ਇਸ ਤਰੀਕੇ ਨਾਲ ਡੁੱਬਦਾ ਵੀ ਜਿਹੜਾ ਹੈਗਾ ਕਿਰਿਆ ਦਾ ਰੂਪ ਹੈ ਅਤੇ ਸੂਰਜ ਤੋਂ ਅੱਗੇ ਲੱਗਿਆ, ਇਹਦੀ ਵਿਸ਼ੇਸ਼ਤਾ ਦੱਸਦਾ ਹੈ। ਅਤੇ ਇਹ ਜਿਹੜਾ ਇੱਥੇ ਹੈਗਾ ਕਿਰਿਆ ਰੂਪੀ ਵਾਕੰਸ਼ ਦਾ ਇੱਕ ਹਿੱਸਾ ਬਣਦਾ ਹੈ ਕਿ ਸ਼ਬਦ ਜਿਹੜੇ ਹੈਗੇ ਨੇ ਇਹ ਕਿਰਿਆ ਦੇ ਨੇ, ਪਰੰਤੂ ਜਿਹੜੀ ਹੈਗੇ ਇੱਥੇ ਕੰਮ ਜਿਹੜਾ ਇਹ ਕਾਰਜ ਜਿਹੜਾ ਕਰ ਰਹੇ ਨੇ ਉਹ ਵਿਸ਼ੇਸ਼ਣ ਦਾ ਕਰ ਰਹੇ ਨੇ। ਉਸ ਤੋਂ ਅਗਲਾ ਜਿਹੜਾ ਇਹਦੇ ਵਿੱਚ ਤੱਤ ਹੈਗਾ ਨਾਂਵ ਵਾਕੰਸ਼ ਦੇ ਵਿੱਚ ਸੰਬੰਧਕ ਹੁੰਦੇ ਨੇ। ਸੰਬੰਧਕ ਕਿਹੜੇ ਨੇਗੇ ਕਿ ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦਾ ਵਾਕ ਵਿਚਲੇ ਹੋਰ ਸ਼ਬਦਾਂ ਨਾਲ ਸੰਬੰਧ ਸਪਸ਼ਟ ਕਰਦੇ ਨੇ, ਉਹਨਾਂ ਨੂੰ ਸੰਬੰਧਕ ਕਹਿੰਦੇ ਆ। ਸੰਬੰਧਕ ਹਮੇਸ਼ਾ ਨਾਂਵ ਪੜਨਾਂਵ ਤੋਂ ਪਿੱਛੋਂ ਆਉਂਦੇ ਨੇ। ਸੰਬੰਧਕ ਤੋਂ ਪਹਿਲਾਂ ਆਉਣ ਵਾਲੇ ਨਾਂਵ ਦਾ ਹਮੇਸ਼ਾ ਸੰਬੰਧਕੀ ਰੂਪ ਹੁੰਦਾ। ਭਾਵ ਕੀ ਹੈਗਾ, ਪਿੱਛੇ ਵੀ ਅਸੀਂ ਕਰਕੇ ਹਟੇ ਹਾਂ। ਜਿਸ ਤਰੀਕੇ ਨਾਲ ਅਸੀਂ ਇੱਥੇ ਉਦਾਹਰਨ ਲੈ ਸਕਦੇ ਹਾਂ, ਚਾਚੇ ਦਾ ਮੁੰਡਾ। ਚਾਚੇ ਦਾ ਜਿਹੜਾ ਸੰਬੰਧ ਹੈ ਉਹਨੂੰ ਮੁੰਡੇ ਦੇ ਨਾਲ ਸੰਬੰਧਕੀ ਰੂਪ ਦੇ ਵਿੱਚ ਪੇਸ਼ ਕਰਦਾ ਹੈ। ਇਸੇ ਤਰੀਕੇ ਨਾਲ ਚਾਚੇ ਦੀ ਕੁੜੀ, ਇਹ ਅਸੀਂ ਫਸਟ ਈਅਰ ਦੇ ਵਿੱਚ ਕਰਕੇ ਹਟੇ ਹਾਂ। ਉਸ ਤੋਂ ਅਗਲਾ ਇਹਦਾ ਤੱਤ ਹੈਗਾ ਦਬਾਅ ਬੋਧਕ ਅੰਸ਼। ਦਬਾਅ ਦਾ ਮਤਲਬ ਜਿੱਥੇ ਅਸੀਂ ਜ਼ਰੂਰਤਾਂ ਨੂੰ ਲੈ ਕੇ ਆਉਂਦੇ ਹਾਂ, ਤਾਂ ਨਾਂਵ ਵਾਕੰਸ਼ ਦੇ ਵਿੱਚ ਦਬਾਅ ਬੋਧਕ ਅੰਸ਼ਾਂ ਦਾ ਵੀ ਮਹੱਤਵ ਹੈਗਾ। ਇਹ ਸ਼੍ਰੇਣੀ ਵਿੱਚ ਉਹ ਤੱਤ ਜਾਂ ਸ਼ਬਦ ਆਉਂਦੇ ਨੇ ਜੋ ਕਥਨ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਦਾ ਕੰਮ ਕਰਦੇ ਨੇ, ਉਹਦੇ ਕਰਕੇ ਅਸੀਂ ਵਰਤਦੇ ਹਾਂ। ਇਹ ਅੰਸ਼ ਜਿਸ 'ਤੇ ਜਿਹੜਾ ਹੈਗਾ ਦਬਾਅ ਪਾਉਣਾ ਹੈ, ਜਿਹੜੇ ਸ਼ਬਦ ਦੇ ਉੱਤੇ ਦਬਾਅ ਪਾਉਣਾ ਹੈ, ਉਸ ਤੋਂ ਬਾਅਦ ਦੇ ਵਿੱਚ ਵਰਤੇ ਜਾਂਦੇ ਨੇ। ਤਾਂ ਇਸ ਤਰੀਕੇ ਦੇ ਨਾਲ ਦਬਾਅ ਬੋਧਕ ਅੰਸ਼ ਵੀ ਜਿਹੜੇ ਹੈਗੇ ਨੇ ਦੋ ਤਰ੍ਹਾਂ ਦੇ ਨੇ, ਇਕਹਿਰੇ ਦਬਾਅ ਵਾਲੇ ਅਤੇ ਦੂਹਰੇ ਦਬਾਅ ਵਾਲੇ। ਇਹ ਜਿਹੜੇ ਹੈਗੇ ਨੇ ਵਰਤੋਂ ਦੇ ਵਿੱਚ ਲੈ ਕੇ ਆਉਂਦੇ ਆ। ਇਕਹਿਰੇ ਦਬਾਅ ਵਾਲੇ ਜਿਹੜੇ ਹੈਗੇ ਨੇ ਉਹ ਦਬਾਅ ਪਾਉਂਦੇ ਆ ਜਿਹੜੇ ਸ਼ਬਦ ਦੇ ਉੱਤੇ ਉਸ ਤੋਂ ਬਾਅਦ ਦੇ ਵਿੱਚ, ਜਿਵੇਂ ਈ, ਹੀ, ਵੀ, ਯੋ, ਤੇ ਇਹ ਆਉਂਦਾ ਹੈ। ਜਿਵੇਂ ਇਹ ਵੀ ਅਣਹੋਣੀ ਗੱਲ ਹੈ, ਇਕੱਠਿਆਂ ਹੀ ਸਮੁੰਦਰ ਵਿੱਚ ਛਾਲ ਮਾਰਤੀ, ਗੋਡੇ ਵਿੱਚ ਦਰਦ ਜੋ ਹੈ। ਤਾਂ ਇਹਦੇ ਵਿੱਚ ਵੀ, ਈ, ਯੋ, ਇਹ ਜਿਹੜਾ ਹੈਗਾ ਉਸ ਤੋਂ ਆਉਣ ਵਾਲੇ ਪਹਿਲੇ ਜਿਹੜੇ ਸ਼ਬਦ ਨੇ ਉਹਨਾਂ ਦੇ ਉੱਤੇ ਦਬਾਅ ਜਿਹੜਾ ਹੈਗਾ ਇਹ ਪਾਉਂਦੇ ਨੇ। ਉਸ ਤੋਂ ਅਗਲੇ ਦੂਹਰੇ
ਇਹ ਹੁੰਦੇ ਨੇਗੇ ਕਿ ਇੱਕ ਨਾਂਵ ਵਾਕੰਸ਼ ਦੇ ਅੱਗੇ ਲੱਗਦਾ, ਇੱਕ ਉਸ ਤੋਂ ਪਿੱਛੇ ਲੱਗਦਾ। ਜਿਸ ਤਰੀਕੇ ਦੇ ਨਾਲ ਸਿਰਫ 3 ਲੜਕੇ ਹੀ ਜਾਣਗੇ, ਇੱਥੇ ਇਸ ਵਿੱਚ ਸਿਰਫ ਪਹਿਲਾਂ ਲੱਗਿਆ, 3 ਲੜਕੇ ਵਿਚਾਲੇ ਜਿਹੜਾ ਹੈਗਾ ਨਾਂਵ ਵਾਕੰਸ਼ ਹੈ ਤੇ ਉਸ ਨਾਂਵ ਹੈ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਹੈਗੇ ਨੇ ਹੀ, ਉਹ ਵੀ ਇੱਕ ਜਿਹੜਾ ਹੈਗਾ ਦਬਾਅ ਬੋਧਕ ਅੰਸ਼ ਦੇ ਤੌਰ ਦੇ ਉੱਤੋਂ ਆਇਆ। ਇਸੇ ਤਰੀਕੇ ਨਾਲ ਅਗਲੇ ਵਿੱਚ ਇਸ ਤੋਂ ਇਲਾਵਾ ਉੱਥੇ 2 ਸ਼ੇਰ ਵੀ ਸਨ, ਤਾਂ ਇੱਥੇ ਜਿਹੜਾ ਹੈਗਾ ਇਸ ਤੋਂ ਇਲਾਵਾ ਇਹਦੇ ਵਿੱਚ ਆਇਆ, ਤਾਂ ਇਹ ਵੀ ਇਹਦੇ ਵਿੱਚ ਆਇਆ, ਇਹ ਜੁੜ ਕੇ ਜਿਹੜਾ ਹੈਗਾ ਕੰਮ ਕਰਦੇ ਨੇ। ਉਸ ਤੋਂ ਅੱਗੇ ਨਾਂਵ ਬੋਧਕ ਅੰਸ਼, ਜਦੋਂ ਅਸੀਂ ਸਧਾਰਨ ਬਿਆਨੀਆ ਵਾਕ ਨੂੰ ਜਿਹੜਾ ਹਾਂ ਵਾਚਕ ਵਾਕ ਹੋਵੇ ਉਹਨੂੰ ਨਾਂਵ ਵਾਚਕ ਬਣਾਉਣੇ ਆ, ਤਾਂ ਉਹਦੇ ਵਿੱਚ ਕਈ ਵਿਧੀਆਂ ਵਰਤਦੇ ਆ। ਉਹਨਾਂ ਦੇ ਵਿੱਚੋਂ ਇੱਕ ਵਿਧੀ ਨਾਂਵ ਬੋਧਕ ਅੰਸ਼ਾਂ ਦੀ ਹੈਗੀ। ਇਹਦੇ ਵਿੱਚ ਸਿਰਫ 2 ਹੀ ਜਿਹੜੇ ਨਾਂਵ ਬੋਧਕ ਅੰਸ਼ ਆਉਂਦੇ ਨੇਗੇ, ਨਾ ਤੇ ਨਹੀਂ। ਜਿਵੇਂ ਮੈਂ ਨਹੀਂ ਉਹ ਬਾਜ਼ਾਰ ਜਾਵੇਗਾ, ਨਹੀਂ ਤੂੰ ਹੀ ਜਾ, ਤਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਮੈਂ ਨਹੀਂ ਤੋਂ ਇਹਦੇ ਬਾਅਦ ਨਹੀਂ ਲੱਗਿਆ ਤੇ ਨਹੀਂ ਉਸ ਤੋਂ ਪਹਿਲਾਂ ਆਇਆ ਤੂੰ ਤੋਂ, ਤਾਂ ਇਹ ਦੋਨੋਂ ਜਿਹੜੇ ਹੈਗੇ ਨੇ ਨਾਂਵ ਬੋਧਕ ਅੰਸ਼ ਨੇ। ਆਦਰ ਬੋਧਕ, ਜਦੋਂ ਅਸੀਂ ਕਿਸੇ ਰੁਤਬੇ ਤੇ ਅਹੁਦੇ ਜਾਂ ਉਮਰ ਤੋਂ ਵੱਡੇ ਨੂੰ ਜਦੋਂ ਸਤਿਕਾਰ ਦੇਣਾ ਹੈ, ਤਾਂ ਇਹ ਸ਼ਬਦ ਵੀ ਨਾਂਵ ਵਾਕੰਸ਼ ਦੇ ਵਿੱਚ ਆ ਜਾਂਦੇ ਨੇ। ਜਿਵੇਂ ਇੱਕ ਦਿਨ ਮੇਰੇ ਪਿਤਾ ਜੀ ਅਚਾਨਕ ਆ ਬੌੜੇ, ਭਾਈ ਹੋਰੀ ਆ ਗਏ ਹਨ, ਤੇ ਇੱਥੇ ਪਿਤਾ ਤੋਂ ਬਾਅਦ ਜੀ, ਭਾਈ ਤੋਂ ਬਾਅਦ ਹੋਰੀ, ਇਹ ਜਿਹੜੇ ਹੈਗੇ ਨੇ ਆਦਰ ਬੋਧਕ ਅੰਸ਼ ਨੇ। ਸੰਯੋਜਕ, ਜਿਨ੍ਹਾਂ ਨੂੰ ਅਸੀਂ ਯੋਜਕ ਕਹਿੰਦੇ ਹੈਗੇ, ਸੰਯੋਜਕ ਵੀ ਨਾਂਵ ਵਾਕੰਸ਼ ਦੇ ਵਿੱਚ ਗੈਰ ਜ਼ਰੂਰੀ ਤੱਤਾਂ ਦੇ ਵਿੱਚੋਂ ਇੱਕ ਨੇ। ਇਹ ਨਾਂਵ ਵਾਕੰਸ਼ਾਂ ਦੇ ਵਿੱਚ 2 ਨਾਵਾਂ 2 ਪੜਨਾਵਾਂ ਜਾਂ ਇੱਕ ਨਾਂਵ ਤੇ ਇੱਕ ਪੜਨਾਵ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦੇ ਨੇ। ਤਾਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਅਸੀਂ ਸੰਯੋਜਕ ਦੇ, ਇਹਨਾਂ ਦੇ ਵਿੱਚ ਤੇ ਜਾਂ ਇਹਨਾਂ ਯੋਜਕਾਂ ਨੂੰ ਅਸੀਂ ਵਰਤਦੇ ਹਾਂ। ਜਿਵੇਂ ਰਾਮ ਤੇ ਸ਼ਾਮ ਭਰਾ ਹਨ, ਮਹਿੰਦਰ ਜਾਂ ਸ਼ਾਮ ਹੀ ਆਉਣ, ਇੱਥੇ ਤੇ ਜਾਂ ਜਿਹੜੇ ਹੈਗੇ ਨੇ ਇਹ ਜਿਹੜੇ ਹੈਗੇ ਨੇ ਸੰਯੋਜਕ ਦੇ ਤੌਰ ਦੇ ਉੱਤੇ ਵਰਤੇ ਗਏ ਨੇ। ਸੋ ਇਸ ਤਰੀਕੇ ਦੇ ਨਾਲ ਵਿਦਿਆਰਥੀਓ, ਸਾਡੇ ਜਿਹੜੇ ਨਾਂਵ ਵਾਕੰਸ਼ ਦੀ ਬਣਤਰ ਦੇ ਵਿੱਚ ਇਹ ਸਾਰੇ ਤੱਤ ਆਉਂਦੇ ਨੇ, ਜਿਨ੍ਹਾਂ ਦੇ ਵਿੱਚ ਨਾਂਵ ਤੇ ਪੜਨਾਵ ਜਿਹੜੇ ਮੁੱਖ ਸ਼ਬਦ ਨੇ ਉਹ ਜ਼ਰੂਰੀ ਤੱਤ ਨੇ, ਤੇ ਜਿਹੜੇ ਬਾਕੀ ਜਿਹੜੇ ਹੈਗੇ ਨੇ ਵਿਸ਼ੇਸ਼ਕ ਜਾਂ ਉਹਦੇ ਵਿੱਚ ਸੰਬੰਧਕ, ਆਦਰ ਬੋਧਕ, ਦਬਾਅ ਬੋਧਕ, ਸੰਯੋਜਕ, ਇਹ ਸਾਰੇ ਅੰਸ਼ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਗੈਰ ਜ਼ਰੂਰੀ ਨੇ। ਪਰੰਤੂ ਇਹਨਾਂ ਸਾਰਿਆਂ ਨੂੰ ਜੋੜ ਕੇ ਅਸੀਂ ਇੱਕ ਵਧੀਆ ਤਰੀਕੇ ਦੇ ਨਾਲ ਜਿਹੜਾ ਇੱਕ ਨਾਂਵ ਵਾਕੰਸ਼ ਜਿਹੜਾ ਘੜ ਲੈਂਦੇ ਆ, ਉਹ ਇੱਕ ਸ਼ਬਦੀ ਵੀ ਹੋ ਸਕਦਾ ਹੈ ਤੇ ਉਹ ਬਹੁ ਸ਼ਬਦੀ ਵੀ ਹੋ ਸਕਦਾ ਹੈ। ਧੰਨਵਾਦ।